मैं कई बार इदां दे भी लोग भी ਜਿਹੜੇ ਕਹੀ ਜਾ ਰਹੇ ਨੇ ਕਿ ਜਿੰਨੇ ਪੰਜਾਬ ਦੇ ਸਮਾਜ ਸੇਵਕ ਨੇ ਜੀ ਸਾਰੇ ਮਾੜੇ ਨੇ। ਔਰ ਮੈਂ ਉਹਨਾਂ ਲੋਕਾਂ ਨੂੰ ਇੱਕ ਗੱਲ ਪੁੱਛਦਾ ਕਿ ਤੁਹਾਡੀ ਆਪਣੀ ਕਰਤੂਤ ਕੀ ਆ। ਪਰ ਜਿਹੜਾ ਸਾਡਾ ਕੰਮ ਆ ਸਾਡੇ ਕਈ ਲੋਕਾਂ ਨੂੰ ਨਹੀਂ ਪਸੰਦ ਲੱਗਦਾ। ਉਹ ਮੈਨੂੰ ਗੈਂਗਸਟਰ ਡਾਊਨ ਗੁੱਗੂ ਗੈਂਗਸਟਰ ਉਹਦਾ ਪਾਸਟ ਵੇਖ ਲਓ ਜੀ। ਉਹ ਪਾਸਟ ਵਿੱਚ ਇਦਾਂ ਸੀ, ਉਹ ਕਰਦਾ ਸੀ, ਆਹ ਕਰਦਾ ਸੀ। मेरी आवाज़ कंबदी है कि छोटिया छोटिया बच्चियां दे नाल भी गैंग रेप करने वाला वो बंदा छोटे छोटे बच्चों को गोलियां मार देनियां और परिवारां नूं ही गोलियां दे नाल भुन देना और जींदे बंदे नूं वढ के पानी च उबाल के ते मच्छियां दा खाना बना के मच्छियां नूं पाउणा। वो बंदा कहना हुंदा कि अगर बंदा ही मारदे हैं ना तो इहनूं व्यर्थ नहीं जाना चाहिए। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰਿਓ, ਅੱਜ ਕੱਲ੍ਹ ਪੰਜਾਬ ਦੇ ਹਰ ਸਮਾਜ ਸੇਵੀ ਉੱਤੇ ਹਰ ਕੋਈ ਸ਼ੱਕ ਦੀ ਨਜ਼ਰ ਨਾਲ ਵੇਖਦਾ ਹੈ, ਪਰ ਕੁਝ ਸਮਾਜ ਸੇਵੀ ਅਜਿਹੇ ਨੇ ਜਿਨ੍ਹਾਂ ਦੇ ਦਾਮਨ ਕੱਲ੍ਹ ਵੀ ਪਾਕ ਸਾਫ਼ ਸੀ ਤੇ ਅੱਜ ਵੀ ਪਾਕ ਸਾਫ਼ ਨੇ, ਜਿਨ੍ਹਾਂ ਦੀ ਜਿੰਨੀ ਹੌਸਲਾ ਅਫਜ਼ਾਈ ਕੀਤੀ ਜਾਵੇ, ਜਿੰਨੀ ਤਾਰੀਫ ਕੀਤੀ ਜਾਵੇ, ਉਨੀ ਹੀ ਘੱਟ ਲੱਗਦੀ ਹੈ। ਤੇ ਉਹ ਅਜਿਹੇ ਹੀ ਨਾਮਾਂ ਵਿੱਚੋਂ ਇੱਕ ਨਾਮ ਹੈ ਨਵਤੇਜ ਸਿੰਘ ਗੁੱਗੂ ਦਾ, ਕਿਉਂਕਿ ਇਸ ਵੀਰ ਨੇ ਸਿੱਖ ਕੌਮ ਵਾਸਤੇ ਜੋ ਕੁਝ ਕੀਤਾ ਤੁਸੀਂ ਬਾਖੂਬ ਜਾਣਦੇ ਹੋ। ਤੇ NRI ਵੀਰਾਂ ਨੇ ਜਿੰਨਾ ਵੀ ਫੰਡ ਇਸ ਵੀਰ ਨੂੰ ਬਾਹਰੋਂ ਭੇਜਿਆ, ਉਸ ਫੰਡ ਦਾ ਇਸ ਨੇ ਕਦੇ ਵੀ ਦੁਰਉਪਯੋਗ ਨਹੀਂ ਕੀਤਾ ਤੇ 23-24 ਕਰੋੜ ਦੀ ਲਾਗਤ ਨਾਲ ਨਵਤੇਜ ਹਿਊਮੈਨਿਟੀ ਕਲੱਬ ਹਸਪਤਾਲ ਦੀ ਉਸਾਰੀ ਕਰਵਾਈ, ਜਿੱਥੇ ਹਰ ਗਰੀਬ ਗੁਰਬੇ ਦਾ ਮੁਫਤ ਇਲਾਜ ਹੁੰਦਾ ਹੈ। ਤੇ ਜੇਕਰ ਪੈਸਾ ਲਿੱਤਾ ਵੀ ਜਾਂਦਾ ਹੈ ਤਾਂ ਬਹੁਤ ਘੱਟ ਲਿੱਤਾ ਜਾਂਦਾ ਹੈ। ਤੇ ਨਵਤੇਜ ਸਿੰਘ ਗੁੱਗੂ ਦੀ ਹੌਸਲਾ ਅਫਜ਼ਾਈ ਵਾਸਤੇ ਇੱਕ ਭੈਣ ਬਹੁਤ ਹੀ ਬੇਸ਼ਕੀਮਤੀ ਤੋਹਫਾ ਲੈ ਕੇ ਅੰਮ੍ਰਿਤਸਰ ਤੋਂ ਪਹੁੰਚੀ ਇਸ ਦੇ ਕੋਲ। ਆਖਿਰ ਕੀ ਸੀ ਉਹ ਤੋਹਫਾ, ਤੁਹਾਨੂੰ ਦੱਸ ਰਹੇ ਨੇ ਆਪ ਨਵਤੇਜ ਸਿੰਘ ਗੁੱਗੂ। ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ। और भी आज एक मैं बड़ा प्यारा मैसेज लेके आया हाँ। बड़े खास मेहमान आए ने साढ़े कोल। मैडम नवनीत कौर जी आए हैं और अमृतसर तो स्पैशल चल के आए हैं और कुछ एप्रीशिएट करने वास्ते सानू आए हैं। ये बड़े प्यारे गिफ्ट ने, मैंने लग रहा कि अच्छा खोल के भैन से कह रहे हैं कि खोल के देखो। हाँ जी, और मैं बस यही वीरे बड़ा प्यारा एक मैसेज होता है कि लोग जो इतना एप्रीशिएट करते हैं, साड़ी यही सब तो बड़ी एनर्जी है। क्योंकि आलोचक भी बड़े ने कि जिवें तुसीं अजकल वेखिया कि समाज सेवकों के उपर उंगलियां भी बड़ियां उठदियां पईयां ने। और मैं देखदा पिया सीगा कि अजकल कई तो इदां दे बेवकूफ लोग ने कि जिहड़े मतलब कोई गल नहीं जल्दी लैके आओ कट पास। मैं कई बार इदां दे भी लोग भी ਜਿਹੜੇ ਕਹੀ ਜਾ ਰਹੇ ਨੇ ਕਿ ਜਿੰਨੇ ਪੰਜਾਬ ਦੇ ਸਮਾਜ ਸੇਵਕ ਨੇ ਜੀ ਸਾਰੇ ਮਾੜੇ ਨੇ। ਔਰ ਮੈਂ ਉਹਨਾਂ ਲੋਕਾਂ ਨੂੰ ਇੱਕ ਗੱਲ ਪੁੱਛਦਾ ਕਿ ਤੁਹਾਡੀ ਆਪਣੀ ਕਰਤੂਤ ਕੀ ਆ। ਤੁਸੀਂ ਕਿਸੇ ਬੰਦੇ ਨੂੰ ਕਹਿ ਦਿੰਦੇ ਜੇ ਕਿ ਸਾਰੇ ਸਮਾਜ ਸੇਵਕ। ਚਲੋ ਮੈਂ ਪਹਿਲਾਂ मैडम लेके आए हैं, बड़ा प्यारा गिफ्ट लेके आए हैं। चलो अपन देखते हैं क्या मैं दिखा लूँगा कि इन्होंने हमें एप्रीशिएट किया है। गुरबाणी के बड़े प्यारे लफ्ज ने वीर, जिसके सिर ऊपर तू स्वामी सो दुख कैसा पावे। इस तस्वीर को आप इतने सुशोभित करेंगे सब तो ऊपर, क्योंकि ये लफ्ज ही अपने आप से बड़े खास ने, बड़ा मन को सुकून मिलता है। ये तुसी कहने चलो मैं एक बार गल शुरू कर लेंदा वैसे। और भी देख सकते हो कि कितना प्यारा इस चीज़ तो ऊपर दुनिया का सब तो एक जिन्हों भी देख सकते हाँ कि दुनिया का मानवता का सब तो अगर बड़ा कोई मैसेज आ तो श्री दरबार साहब लिखे है। 4 दरवाजे ने साढ़े गुरुआ ने पीर ने 4 दरवाजे रखे ने, हिंदू मुस्लिम सिख ईसाई सारे ही धर्मां वाल नूं बाहां करके उन्होंने गल नाल लिया जाता है। ये दरबार साहब की महत्ता है।
ਦੁਨੀਆ ਦਾ ਪਹਿਲਾ ਇੱਕ ਇਦਾਂ ਦਾ ਧਾਰਮਿਕ ਸਥਾਨ ਹੈ ਜਿਹਦੇ 4 ਦਰਵਾਜ਼ੇ ਨੇ, 4 ਦਰਵਾਜ਼ੇ ਜਮਾਂ ਮਜਮਾ ਵਾਸਤੇ ਖੁੱਲੇ ਰਹਿੰਦੇ। ਕਿਸੇ ਵੀ ਹਿੰਦੂ, ਮੁਸਲਮ, ਸਿੱਖ, ਈਸਾਈ ਸਾਰੇ ਭਾਈ ਭਾਈ, ਸਭ ਦਾ ਭਲਾ, ਸਰਬੱਤ ਦਾ ਭਲਾ, ਔਰ ਚਵਾਂ ਦਰਵਾਜ਼ਿਆਂ ਦੇ ਵਿੱਚ ਕੋਈ ਵੀ ਆ ਸਕਦਾ ਹੈ। ਕਿੱਡਾ ਪਿਆਰਾ ਮਾਨਵਤਾ ਦਾ ਸਭ ਤੋਂ ਵੱਡਾ ਮੈਸੇਜ ਹੈ। ਨਹੀਂ ਤੇ ਲੋਕ ਧਰਮਾਂ ਦੀ ਖਾਤਰ, ਮਜ਼ਹਬਾਂ ਦੀ ਖਾਤਰ ਲਾਲਣ ਕੇ ਮਰ ਚੱਲੇ ਨੇ, ਬੜੇ ਬੜੇ ਦੇਸ਼ ਬਰਬਾਦ ਹੋ ਗਏ ਨੇ। ਅੱਜ ਵੀ ਅਸੀਂ ਦੇਖ ਰਹੇ ਹਾਂ ਕਿ ਮੈਂ ਸਵੇਰੇ ਨਿਊਜ਼ਪੇਪਰ 'ਚ ਦੇਖ ਰਿਹਾ ਸੀ, ਕਿਤੇ ਮਸਜਿਦ ਢਾਹ ਕੇ ਮੰਦਿਰ ਬਣਾ ਦਿੱਤਾ ਜਾਂਦਾ ਹੈ, ਕਿਤੇ ਮੰਦਿਰ ਨੂੰ ਢਾਹ ਕੇ ਮਸਜਿਦ ਬਣਾ ਦਿੱਤੀ ਜਾਂਦੀ ਹੈ। ਲੋਕ ਮੰਦਿਰ ਅਤੇ ਮਸਜਿਦ ਤੋਂ ਹੀ ਲਾਲਣ ਕੇ ਇੱਕ ਦੂਜੇ ਦਾ ਖੂਨ ਖਰਾਬਾ ਕਰ ਰਹੇ ਨੇ। ਪਰ ਆ ਦੇਖੋ ਕਿੰਨਾ ਪਿਆਰਾ ਇੱਕ ਮੈਸੇਜ ਹੈ ਕਿ 4 ਦਰਵਾਜ਼ੇ ਨੇ ਸਿੱਧ ਦਰਬਾਰ ਸਾਹਿਬ ਜੀ ਦੇ, ਔਰ ਇਹ ਪਿਆਰਾ ਜਿਹਾ ਗਿਫਟ ਸਾਡੇ ਵਾਸਤੇ ਲੈ ਕੇ ਆਏ ਨੇ ਮੈਡਮ। ਔਰ ਇਹ ਤੁਸੀਂ ਦੇਖ ਸਕਦੇ ਹੋ ਕਿ ਮੈਂ ਤੁਸੀਂ ਮੈਡਮ ਤੁਸੀਂ ਕਿਵੇਂ ਸਾਡੇ ਤੱਕ ਪਹੁੰਚੇ, ਔਰ ਇਹ ਜਿਹੜੀਆਂ ਪੰਕਤੀਆਂ ਨੇ ਇਹਨਾਂ ਤੁਸੀਂ ਕਿਵੇਂ ਇਹ ਜਿਹੜਾ ਗਿਫਟ ਸਾਡੇ ਵਾਸਤੇ ਚੂਜ਼ ਕੀਤਾ? ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਨਵਨੀਤ ਫੁੱਲਰ ਤੇ ਮੈਂ ਕਿਹਾ ਬਿਲਕੁਲ ਦਿਲ ਤੋਂ ਤੁਹਾਨੂੰ ਦੱਸਣਾ ਚਾਹਾਂਗੀ, ਕਹਿੰਦੇ ਜਦੋਂ ਤੁਸੀਂ ਕੁਝ ਬੋਲਦੇ ਹੋ ਨਾ, ਸਿਰਫ ਦੀ ਜ਼ਰੂਰਤ ਨਹੀਂ ਹੁੰਦੀ, ਕੋਈ ਠੋਸ ਦੀ ਸ਼ਬਦ ਨਹੀਂ ਕਿਤਾਬ ਤੋਂ ਪੜ੍ਹਨੇ ਪੈਂਦੇ। ਦਿਲ ਦੀ ਗੱਲ ਜਿਹੜੀ ਆ ਹਮੇਸ਼ਾ ਦਿਲ ਤੱਕ ਪਹੁੰਚ ਜਾਂਦੀ ਹੈ, ਭਾਈ ਜਿੰਨੇ ਵੀ ਸਰਲ ਸ਼ਬਦਾਂ 'ਚ ਬੋਲੀ ਜਾਏ। ਮੈਂ ਗੁਰਦਾਸਪੁਰ ਹਲਕੇ ਦੀ ਹਾਂ, 2-3 ਸਾਲ ਤੋਂ ਮੈਂ ਤੁਹਾਡੀ ਵੀਡੀਓ ਦੇਖ ਰਹੀ ਹਾਂ, ਬਟ ਮੈਂ ਕਦੀ ਲਾਈਕ ਨਹੀਂ ਕੀਤਾ, ਮੈਂ ਕਦੀ ਸ਼ੇਅਰ ਨਹੀਂ ਕੀਤਾ, ਨਾ ਹੀ ਮੈਂ ਕਦੀ ਮੈਸੇਜ ਕੀਤਾ ਕਿ ਤੁਸੀਂ ਬਹੁਤ ਵਧੀਆ ਕੰਮ ਕਰਦੇ, ਨਾ ਹੀ ਕਦੀ ਕਿਹਾ। ਜਦੋਂ ਪ੍ਰੋਬਲਮ ਹੋਈ ਹੈ ਪਿੱਛੇ ਬਹੁਤ ਕਿਤੇ ਨਾ ਕਿਤੇ ਅਸੀਂ ਨਾ ਚਾਹੁੰਦੇ ਸਾਡੇ ਅੱਖਾਂ ਦੀ ਉਹ ਚੀਜ਼ ਆਉਂਦੀ ਹੈ ਕਿ ਕਿਤੇ ਨਾ ਧੱਕਾ ਹੁੰਦਾ ਪਿਆ। ਉਹਦੇ ਬਾਅਦ ਮੈਂ ਜਦੋਂ ਹਰ ਚੀਜ਼ ਵੇਖੀ, ਇੱਕ ਇੱਕ ਵੀਡੀਓ ਦੇਖੀ, ਬਾਕੀ ਜਿਹੜਾ ਤੁਹਾਡਾ ਪਾਸਟ ਹੈਗਾ ਸਾਰਾ ਤੁਸੀਂ ਬਾਅਦ ਸਾਰਾ ਵਿੱਚ ਦੇਖਿਆ ਹੋਏਗਾ past ਕਿ ਕਿਵੇਂ ਹੈਗਾ। ਵਰਕ ਕਰਦੇ, ਕਿੱਦਾਂ ਕੰਮ ਕਰਦਾ ਮੈਂ ਹਮੇਸ਼ਾ ਇਹ ਸੁਣਦੀ ਸੀਗੀ ਕਿ ਨਾ ਗੁੱਗੂ ਡਾਉਨ, ਤੇ ਮੈਂ ਉਹ ਸੁਣ ਕੇ ਪਿੱਛੇ ਹਟ ਜਾਂਦੀ ਸੀਗੀ ਕਿ ਕਿਸੇ ਨਾਲ ਡਾਉਨ ਲੱਗਾ, ਮਤਲਬ ਡਾਉਨ ਦਾ ਕੀ ਹੋਗਾ ਨਾ, ਕਿ ਅਸੀਂ ਯੂਥ ਹੈ ਜਾਂ ਕੁਝ ਵੀ ਇਹ ਚੀਜ਼। ਜਦੋਂ ਮੈਂ ਉਹ ਚੀਜ਼ ਦੀ ਸਰਚ ਕੀਤੀ ਗੂਗਲ ਦੇ ਵਿੱਚ, ਸਾਰਾ ਵੀਡੀਓ ਦੇਖਿਆ, ਸੱਚ ਪਤਾ ਲੱਗਾ ਕਿ ਉਹ ਕੀ ਚੀਜ਼ ਸੀ, ਕਿਉਂ ਹੋਇਆ ਸੀਗਾ। ਉਹਦੇ ਬਦਲੇ ਸ਼ਾਇਦ ਅਸੀਂ ਵੀ ਹੁੰਦੇ, ਸਾਡੇ ਸਾਹਮਣੇ ਕਿਸੇ ਦੀ ਧੀ ਭੈਣ ਨੂੰ ਕੁਝ ਇੱਦਾਂ ਕੀਤਾ ਜਾਂਦਾ, ਮੈਨੂੰ ਨਹੀਂ ਲੱਗਦਾ ਉਹ ਤੁਹਾਡੀ ਜਦੋਂ ਮੈਂ ਹੁੰਦੀ ਸ਼ਾਇਦ ਉਹਦਾ ਜੋ ਤੁਸੀਂ ਕੀਤਾ ਉਹ ਵੀ ਕਰਨਾ ਕਰਨਾ ਸੀਗਾ। ਮੇਰੇ ਅੱਖਾਂ ਦੇ ਸਾਹਮਣੇ ਵੀ ਕਦੀ ਵੀ ਕਿਸੇ ਧੀ ਨਾਲ ਕੋਈ ਬੱਚਾ ਆਉਂਦਾ ਹੋਏ ਤੇ ਮੈਂ ਜੋ ਹੋ ਸਕਦਾ ਨਾ ਖਿਲਾਫ ਉਹਦੇ ਬੋਲਦੀ ਹਾਂ, ਜਿੰਨਾ ਹੱਦ ਤੱਕ ਕਹਿ ਕਰ ਸਕਦੀ ਹਾਂ। ਮੈਨੂੰ ਤਾਂ ਇੱਥੇ ਤੱਕ ਹੈ ਕਿ ਕੁੜੀ ਨੂੰ ਜੇ ਉਹਨਾਂ ਗਲਤ ਹੁੰਦਾ ਪਿਆ, ਕੁੜੀ ਨੂੰ ਇੰਨਾ ਰਾਈਟਸ ਮਿਲਣਾ ਚਾਹੀਦਾ, ਉਹ ਆਪਣੇ ਹੱਥ ਨਾਲ ਗੋਲੀ ਮਾਰੇ। ਭੈਣ ਜੀ ਉਹਨੇ ਗੱਲ ਕਰਦੇ ਪਏ ਨੇ, ਮੈਂ ਵੀ ਤੁਹਾਨੂੰ ਫਿਰ ਕਲੀਅਰ ਕਰਾਂਗਾ ਕਿ ਮੈਨੂੰ ਜਿਵੇਂ ਕਈ ਲੋਕ ਆਲੋਚਕ ਨੇ, ਨਵਤੇਜ ਸਿੰਘ, ਕਈ ਤਾਂ ਕਹਿੰਦੇ ਨੇ ਨਵਤੇਜ ਸਿੰਘ ਵੀਰ ਜੀ ਸਮਾਜ ਸੇਵਕ ਨੇ, ਔਰ ਕਈ ਜਿਹੜੇ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ, ਉਹ ਮੈਨੂੰ ਗੁੱਗੂ ਡਾਊਨ ਔਰ ਗੈਂਗਸਟਰ ਐਦਾਂ ਦੇ ਲਫ਼ਜ਼ਾਂ ਨਾਲ ਵੀ ਬੁਲਾਉਂਦੇ ਨੇ, ਕਿਉਂਕਿ ਉਹਨਾਂ ਨੂੰ ਕੁਝ ਲੱਭਦਾ ਨਹੀਂ। ਕਿਉਂਕਿ ਅਸੀਂ ਕੰਮ ਕਰਕੇ ਵਿਖਾ ਰਹੇ ਹਾਂ, 22-23 ਕਰੋੜ ਦਾ ਹਸਪੀਟਲ ਬਣ ਕੇ ਚੱਲ ਰਿਹਾ ਪੰਜਾਬ ਦੇ ਵਿੱਚ, ਸਭ ਤੋਂ ਵੱਡੇ ਲੈਵਲ ਤੇ ਇੱਕ ਸੇਵਾ ਬਾਬਾ ਨਾਨਕ ਸਾਡੇ ਹੱਥੋਂ ਲੈ ਰਿਹਾ ਹੈ। 3-4 ਸਾਲਾਂ 'ਚ ਕਿੱਡਾ ਵੱਡਾ ਪੰਜਾਬ ਦਾ ਇੱਕ ਸਭ ਤੋਂ ਬੈਸਟ ਚੈਰੀਟੇਬਲ ਹਸਪੀਟਲ ਆ, ਜਿੱਥੇ ਹਜ਼ਾਰਾਂ ਲੋਕ ਆ ਕੇ ਇਲਾਜ ਕਰਾਉਂਦੇ ਨੇ। ਪਰ ਜਿਹੜਾ ਸਾਡਾ ਕੰਮ ਆ, ਸਰ ਕਈ ਲੋਕਾਂ ਨੂੰ ਨਹੀਂ ਪਸੰਦ ਲੱਗਦਾ, ਉਹ ਮੈਨੂੰ ਗੈਂਗਸਟਰ ਡਾਊਨ, ਗੁੱਗੂ ਡਾਊਨ, ਗੁੱਗੂ ਗੈਂਗਸਟਰ, ਉਹਦਾ ਪਾਸਟ ਵੇਖ ਲਓ ਜੀ, ਉਹ ਪਾਸਟ ਵਿੱਚ ਇਦਾਂ ਸੀ, ਉਹ ਕਰਦਾ ਸੀ, ਆਹ ਕਰਦਾ ਸੀ। ਔਰ ਸ਼ਾਇਦ ਭੈਣ ਜੀ ਹੁਣ ਵੀ ਉਹ ਚੀਜ਼ ਦਾ ਹੀ ਗੱਲ ਕਰ ਰਹੇ ਨੇ ਕਿ ਪਹਿਲਾਂ ਅਸੀਂ ਉਹ ਵੀਡੀਓ ਨਾ ਦੇਖਦੇ ਸੀਗੇ, ਔਰ ਬਾਅਦ ਵਿੱਚ ਜਦੋਂ ਇਹਨਾਂ ਨੇ ਪੂਰੇ ਗੌਰ ਨਾਲ, ਬੜੀ ਬਰੀਕੀ ਦੇ ਨਾਲ ਇਹਨਾਂ ਨੇ ਸਾਡੀਆਂ ਵੀਡੀਓਜ਼ ਦੇਖੀਆਂ ਹੋਣਗੀਆਂ, ਮੈਨੂੰ ਉਹਨਾਂ ਦੀ ਗੱਲਬਾਤ ਤੋਂ ਲੱਗ ਰਿਹਾ ਹੈ, ਔਰ ਫਿਰ ਇਹ ਸਾਡੇ ਤੱਕ ਪਹੁੰਚੇ ਨੇ ਕਿ ਨਹੀਂ ਇੱਥੇ ਜਿਹੜੀ ਸੇਵਾ ਹੋ ਰਹੀ ਆ, ਇਹ ਸਾਡੀ ਸੋਚ ਐਡੀ ਛੋਟੀ ਹੁੰਦੀ ਕਿ ਅਸੀਂ ਹਮੇਸ਼ਾ ਪਾਸਟ ਤੇ ਜਿੰਨੇ ਆ ਤੇ ਜਾਂ ਆਉਣ ਵਾਲੇ ਟਾਈਮ ਤੇ ਜਿੰਨੇ। ਅੱਜ ਤੇ ਅਸੀਂ ਕਿਸੇ ਦਾ ਦੇਖਦੇ ਹੀ ਨਹੀਂ ਹੈਗੇ ਕਿ ਅੱਜ ਕੀ ਹੈਗਾ, ਬੱਚਾ ਵੀ ਹੈਗਾ ਕਿ ਉਹਦਾ ਦੇਖ ਲਾਂਗੇ ਐ ਕੀ ਹੈ, ਉਹਦਾ ਆਉਣ ਵਾਲੇ ਟਾਈਮ ਤੇ ਉਹਨੇ ਕੀ ਕਰਨਾ। ਔਰ ਉਹਦੇ ਵਿੱਚ ਮੈਂ ਖਾਸ ਗੱਲ ਕਹਿੰਦਾ ਕਿ ਉਹ ਗੈਂਗਸਟਰ ਨੂੰ ਗੱਲ ਭੁੱਲ ਜਾਂਦੀ ਹੈ। ਫੋਨ ਆਵੇ ਬਾਬਾ ਵਿੱਚ ਮੈਂ ਕਰਦਾ ਹਾਂਜੀ ਵੀਰੇ, ਥੋੜਾ ਚਲੋ ਕੁਝ ਨੈਟਵਰਕ ਪ੍ਰੋਬਲਮ ਆ ਗਈ ਸੀਗੀ। ਜਿਹੜੀ ਮੈਡਮ ਗੱਲ ਕਰ ਰਹੀ ਸੀ ਕਿ ਮਤਲਬ ਚਲੋ ਪਹਿਲਾਂ ਲੋਕ ਮੈਂ ਇਹ ਦੇਖਦੀ ਕਿ ਡਾਊਨ ਗੈਂਗਸਟਰ ਵਗੈਰਾ ਜਿਹੜੇ ਲਫ਼ਜ਼ ਨੇ, ਗੁੱਗੂ ਡਾਊਨ, ਗੁੱਗੂ, ਤੁਸੀਂ ਉਹ ਕਾਰਨ ਸੁਣ ਕੇ ਹੈਰਾਨ ਹੋਵੋਗੇ ਕਿ ਨਿਹੰਗ ਅਜੀਤ ਸਿੰਘ ਪੂਲਾ ਇੱਕ ਨਾਮ ਹੈ, ਅਖੋਤੀ ਨਿਹੰਗ ਹੈ, ਕਿਉਂਕਿ ਨਿਹੰਗ ਲਫ਼ਜ਼ ਜਿਹੜਾ ਹੈ ਬੜਾ ਰਿਸਪੈਕਟੇਬਲ ਲਫ਼ਜ਼ ਹੈ। ਔਰ
ਪੂਲਾ ਉਹਨੂੰ ਕਿਹਾ ਜਾਂਦਾ ਸੀਗਾ, ਅਜੀਤ ਸਿੰਘ ਪੂਲਾ ਸਾਡੇ ਪੰਜਾਬ ਦਾ ਕਿ ਸਾਡੀ ਸਦੀ ਦਾ ਸਭ ਤੋਂ ਅਗਰ ਕਰੂਲ ਪਰਸਨ ਆਪਾਂ ਕਹਿ ਸਕਦੇ ਹਾਂ ਕਿ ਇੱਕ ਰਾਖਸ਼ ਬਿਰਤੀ ਦਾ ਉਹ ਇਨਸਾਨ ਸੀ। ਵੈਸੇ ਤਾਂ ਜਿਹੜਾ ਬੰਦਾ ਚਲਾ ਗਿਆ ਉਹਦੇ ਬਾਰੇ ਮਾੜਾ ਚੰਗਾ ਨਹੀਂ ਬੋਲਣਾ ਚਾਹੀਦਾ, ਪਰ ਜਦੋਂ ਲੋਕ ਸਾਹਮਣੇ ਲੈ ਕੇ ਆਉਂਦੇ ਨੇ ਮਤਲਬ ਗੱਲ ਤਾਂ ਗੱਲ ਕਰਨੀ ਪੈਂਦੀ ਹੈ। ਔਰ ਸਾਨੂੰ ਸਾਡਾ ਪਾਸਟ ਜਿਹੜਾ ਹੈ ਉਹਨੂੰ ਕਿਉਂ ਕਈ ਵਾਰ ਲੋਕ ਕਹਿੰਦੇ ਇਹਨਾਂ ਦਾ ਪਾਸਟ, ਕਿ ਉਹ ਇੱਕ ਇੱਦਾਂ ਦਾ ਬੰਦਾ ਸੀ ਕਿ ਛੋਟੀਆਂ ਬੱਚੀਆਂ ਦੇ ਨਾਲ ਮੈਂ ਮੂੰਹ 'ਚ ਲਫ਼ਜ਼ ਕੱਢਣ ਲੱਗਿਆ ਵੀ ਮੇਰੀ ਆਵਾਜ਼ ਕੰਬਦੀ ਹੈ ਕਿ ਛੋਟੀਆਂ ਬੱਚੀਆਂ ਦੇ ਨਾਲ ਵੀ ਗੈਂਗ ਰੇਪ ਕਰਨ ਵਾਲਾ ਉਹ ਬੰਦਾ, ਛੋਟੇ ਬੱਚਿਆਂ ਨੂੰ ਗੋਲੀਆਂ ਮਾਰ ਦੇਣੀਆਂ ਔਰ ਪਰਿਵਾਰਾਂ ਨੂੰ ਹੀ ਗੋਲੀਆਂ ਦੇ ਨਾਲ ਭੁੰਨ ਦੇਣਾ ਔਰ ਜੀਂਦੇ ਬੰਦੇ ਨੂੰ ਵੱਢ ਕੇ ਪਾਣੀ 'ਚ ਉਬਾਲ ਕੇ ਤੇ ਮੱਛੀਆਂ ਦਾ ਖਾਣਾ ਬਣਾ ਕੇ ਮੱਛੀਆਂ ਨੂੰ ਪਾਉਣਾ। ਉਹ ਬੰਦਾ ਕਹਿੰਦਾ ਹੁੰਦਾ ਕਿ ਅਗਰ ਬੰਦਾ ਅਸੀਂ ਮਾਰਦੇ ਆ ਨਾ ਤੇ ਇਹਨੂੰ ਵਿਅਰਥ ਨਹੀਂ ਜਾਣਾ ਚਾਹੀਦਾ। ਅਗਰ ਆਪਣਾ ਦੁਸ਼ਮਣ ਮਾਰਦੇ ਆ, ਕੋਈ ਬੰਦਾ ਮਾਰਦੇ ਆ, ਨਜਾਇਜ਼ ਕੋਈ ਬੰਦਾ ਮਾਰ ਦਿੰਦੇ ਆ, ਮਾਰਦੇ ਤਾਂ ਰੋਜ਼ ਬੰਦੇ, ਪਰ ਉਸ ਬੰਦੇ ਨੂੰ ਵੱਢ ਕੇ ਪਾਣੀ 'ਚ ਉਬਾਲ ਕੇ ਤੇ ਮੱਛੀਆਂ ਨੂੰ ਪਾ ਦਿਆ ਕਰੋ ਕਿਉਂਕਿ ਮੱਛੀਆਂ ਦਾ ਖਾਣਾ ਬਣਦਾ। ਇਸ ਬਿਰਤੀ ਦਾ ਬੰਦਾ ਸੀ। ਔਰ ਉਸ ਬੰਦੇ ਦਾ ਜਦੋਂ ਮਰਡਰ ਹੋਇਆ ਸੀਗਾ ਗਮਟਾਲਾ ਜੇਲ੍ਹ ਅੰਮ੍ਰਿਤਸਰ ਵਿੱਚ ਉਹਨੂੰ ਅੱਗ ਲਗਾ ਕੇ ਜਲਾ ਦਿੱਤਾ ਗਿਆ ਸੀ। ਔਰ ਉਸ ਕੇਸ ਦੇ ਵਿੱਚ ਨਾਮ ਜਿਹੜਾ ਹੈ ਸਾਡਾ ਨਾਮਜ਼ਦ ਹੋਇਆ ਸੀਗਾ ਔਰ ਉਹ ਕੇਸ ਦੇ ਨਾਲ ਉਸ ਕੇਸ 'ਚ ਮੈਂ 7 ਸਾਲ ਜੇਲ੍ਹ ਕੱਟ ਕੇ ਆਇਆ। ਉਸ ਬੰਦੇ ਨੂੰ ਜਿਹੜੀ ਸਜ਼ਾ ਸੀਗੀ ਸ਼ਾਇਦ ਪਰਮਾਤਮਾ ਨੇ, ਵਾਹਿਗੁਰੂ ਨੇ, ਬਾਬੇ ਨਾਨਕ ਨੇ ਸ਼ਾਇਦ ਇੱਦਾਂ ਹੀ ਲਿਖਿਆ ਸੀਗਾ ਕਿ ਉਹ ਬੰਦੇ ਨੂੰ ਜਿਹੜੀ ਸਜ਼ਾ ਸੀ ਉਹ ਸਾਡੇ ਹੱਥੋਂ ਮਿਲਣੀ ਸੀਗੀ। ਔਰ ਮੈਂ ਇੱਥੇ ਇਹ ਗੱਲ ਕਹਾਂਗਾ ਕਿ ਭੈਣ ਜੀ ਨੇ ਉਹ ਗੱਲ ਕਰ ਰਹੇ ਨੇ ਕਿ ਮਤਲਬ ਪਹਿਲਾਂ ਜਿਹੜਾ ਪਾਸਟ ਸੀਗਾ ਉਹ ਬੜਾ ਖਤਰਨਾਕ ਸੀਗਾ, ਡਾਊਨ ਗੈਂਗਸਟਰ ਇੱਦਾਂ ਦੇ ਲਫ਼ਜ਼ਾਂ ਨਾਲ ਲੋਕਾਂ ਨੂੰ ਨਵਾਜ਼ਦੇ ਸੀ। ਕਿਉਂਕਿ ਉਸ ਤੋਂ ਪਹਿਲਾਂ ਕਾਲਜ ਲਾਈਫ ਦੇ ਵਿੱਚ ਵੀ ਜਦੋਂ ਵੀ ਕਿਸੇ ਨਾਲ ਧੱਕੇਸ਼ਾਹੀ ਹੁੰਦੀ ਸੀ ਤੇ ਅਸੀਂ ਉਸ ਬੰਦੇ ਦੀ ਮਦਦ ਕਰਦੇ ਸੀਗੇ ਔਰ ਮਦਦ ਕਰਨ ਲੱਗੇ ਕਈ ਵਾਰ ਝਗੜੇ ਦਾ ਰੂਪ ਲਿਆ ਜਾਂਦਾ ਸੀ। ਕਿਉਂਕਿ ਅੱਜ ਕੱਲ੍ਹ ਜਦੋਂ ਵੀ ਕੋਈ ਕਿਸੇ ਨਾਲ ਧੱਕਾ ਕਰਦਾ ਵਾ, ਅੱਜ ਕੱਲ੍ਹ ਦੇਖੋ ਕਿਵੇਂ ਲੋਕ ਕਿੱਦਾਂ ਧੱਕੇਸ਼ਾਹੀਆਂ ਹੁੰਦੀਆਂ ਨੇ ਔਰ ਉੱਥੇ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਔਰ ਉੱਥੇ ਕਿਤੇ ਨਾ ਕਿਤੇ ਝਗੜੇ ਦਾ ਰੂਪ ਲੈ ਲੈਂਦੀ ਹੈ ਉਹ ਚੀਜ਼। ਔਰ ਇਹਨਾਂ ਚੀਜ਼ਾਂ ਨੂੰ ਲੈ ਕੇ ਸਮਾਜ ਨੇ ਇੱਕ ਇੱਦਾਂ ਦਾ ਵਿਊ ਬਣਾਤਾ ਸੀ ਕਿ ਜਿਹੜਾ ਸਾਡਾ ਪਾਸਟ ਸੀਗਾ ਉਹਨੂੰ ਕਿਹਾ ਜਾਂਦਾ ਸੀਗਾ ਕਿ ਬੜੇ ਵੱਡੇ ਗੈਂਗਸਟਰ ਤੇ ਬੜੇ ਵੱਡੇ ਡਾਊਨ ਨੇ। ਜਿਹੜੀਆਂ ਚੀਜ਼ਾਂ ਕਰਕੇ ਕਈ ਵਾਰ ਲੋਕ ਜਿਹੜੇ ਨੇ, ਜਿਵੇਂ ਸਿਸਟਰ ਨੇ ਕਿਹਾ ਕਿ ਅਸੀਂ ਵੀ ਇਹੀ ਸੋਚਦੇ ਸੀਗੇ, ਪਰ ਜਦੋਂ ਇਹਨਾਂ ਨੇ ਗੌਰ ਨਾਲ ਵੇਖਿਆ ਇੱਕ ਕੰਮ ਨੂੰ ਚੰਗੇ ਇੱਕ ਵਾਚਿਆ ਕੰਮ ਨੂੰ ਇਹ ਤੋਂ ਲੈ ਕੇ ਜਦ ਤੱਕ ਸਾਡਾ ਦੇਖਿਆ ਤੇ ਫਿਰ ਮੈਡਮ ਸਾਡੇ ਵਾਸਤੇ ਪਿਆਰਾ ਜਿਹਾ ਗਿਫਟ ਲੈ ਕੇ ਆਏ ਨੇ। ਉਹ ਤੁਹਾਨੂੰ ਇੱਥੇ ਆ ਕੇ ਕਿਵੇਂ ਲੱਗਾ? ਅੱਗੇ ਤੁਸੀਂ ਚਲੋ ਜਿਹੜੀ ਗੱਲ ਕਰ ਰਹੇ ਵਿੱਚ ਮੈਂ ਤੁਹਾਡੀ ਗੱਲ ਟੋਕ ਦਿੱਤੀ, ਮੈਂ ਉਹ ਕਲੀਅਰ ਕਰਨਾ ਚਾਹੁੰਦਾ ਕਿਉਂਕਿ ਕਈ ਲੋਕਾਂ ਨੂੰ ਲੱਗਣਾ ਸੀਗਾ ਕਿ ਪਤਾ ਨਹੀਂ ਪਹਿਲਾਂ ਕੀ ਮਾੜਾ ਸੀਗਾ, ਕੀ ਉਹ ਕਲੀਅਰ ਕੀਤਾ ਮਤਲਬ। ਨਹੀਂ, ਮੈਂ ਐਕਚੁਅਲੀ ਸੋਚਿਆ ਨਹੀਂ ਸੀ ਕਿ ਇੰਨਾ ਜ਼ਿਆਦਾ ਰਸ਼ ਹੋਏਗਾ ਇੱਥੇ। ਤੇ ਜਦੋਂ ਮੈਂ ਆਈ ਹਾਂ ਮਤਲਬ ਫੀਲ ਬੜੀ ਪੋਜ਼ਿਟਿਵ ਵਾਈਬਸ ਹੈਗਾ ਇੱਥੇ ਕਿ ਇੱਕ ਹਸਪਤਾਲ 'ਤੇ ਜਾਂਦੇ ਥੋੜ੍ਹਾ ਮਨ ਜਿਹਾ ਘਬਰਾਉਂਦਾ ਕਿ ਹਸਪਤਾਲ 'ਚ ਚੱਲੇ ਹਾਂ। ਬੜੀ ਪੋਜ਼ਿਟਿਵ ਵਾਈਬਸ ਹੈ ਇੱਥੇ। ਤੇ ਬਾਕੀ ਤਾਂ ਮੈਂ ਇਸ ਕਰਕੇ ਦਿੱਤਾ ਹੈ ਕਿ ਜਿਹਦੇ ਕੋਲ ਪਰਮਾਤਮਾ ਹੁੰਦਾ ਨਾ ਉਹ ਤਾਂ ਮੈਨੂੰ ਨਹੀਂ ਲੱਗਦਾ ਕਿ ਦੁਨੀਆ ਦੇ ਕੋਈ ਵੀ ਖਜ਼ਾਨੇ ਜਿਹੜੇ ਆ ਉਹ ਵਾਂਝੇ ਰਹਿ ਜਾਂਦੇ ਆ। ਜਦੋਂ ਖੁਦ ਰੱਬ ਚੱਲ ਕੇ ਆ ਗਿਆ ਉਹਨੂੰ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਇਨਸਾਨ ਦੀ ਹੋਰ ਦੀ ਲੋੜ ਹੈ। ਜਿੱਥੇ ਪਰਮਾਤਮਾ ਨੇ ਖੜੇ ਹੋ ਜਾਣਾ ਉੱਥੇ ਪੂਰੀ ਦੁਨੀਆ ਦੇ ਖਿਲਾਫ ਹੋਏ ਨਾ ਤੇ ਇਨਸਾਨ ਦਾ ਕੁਝ ਨਹੀਂ ਬੋਲਦਾ ਹੈਗਾ। ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੈਸੇਜ ਮੈਂ ਹੀ ਦੇਣਾ ਚਾਹੁੰਦੀ ਹਾਂ ਕਿ ਜਦੋਂ ਹੁਣ ਮਾਹੌਲ ਜਿਹੜਾ ਚੱਲਦਾ ਪਿਆ ਇੱਕ ਦੂਜੇ ਨਾਲ ਬਣਾ ਕੇ ਰੱਖੋ। ਮੈਨੂੰ ਨਹੀਂ ਲੱਗਦਾ ਕਿ ਲੜਾਈ ਕਿਸੇ ਆਮ ਇਨਸਾਨ ਦੀ ਹੈ। ਐਨਜੀਓ ਦੀ ਮੈਨੂੰ ਲੱਗਦਾ ਇੱਕ ਦੂਜੇ ਨਾਲ ਨਹੀਂ ਬਣਦੀ ਰਹੀ, ਆਪਸ 'ਚ ਤਾਲਮੇਲ ਨਹੀਂ ਹੈਗਾ। ਜੇ ਕਿਸੇ ਦਾ ਕੋਈ ਪੇਸ਼ੈਂਟ ਹੈ ਜਿਹਨੂੰ ਹਸਪੀਟਲ ਜਾਣਾ ਹੈ, ਜਿਸ ਤਰ੍ਹਾਂ ਗੋਡੇ ਦਾ ਪੇਸ਼ੈਂਟ ਤੁਸੀਂ ਦੱਸਿਆ ਕਾਫੀ ਕੋਸਟਲੀ ਹੈ, ਅਤੇ ਇਹਨਾਂ ਨਾਲ ਆਪਸ 'ਚ ਕੰਟੈਕਟ ਕਰ ਸਕਦੇ ਆ। ਕਿਤੇ ਨਾ ਕਿਤੇ ਤੁਹਾਡਾ ਮੈਨੂੰ ਲੱਗਦਾ ਆਪਸ 'ਚ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ। ਜੇ ਐਂਟੀ ਵੀ ਆ ਨਾ ਮੈਨੂੰ ਲੱਗਦਾ ਐਂਟੀ ਵੀ ਉਹੀ ਲੋਕ ਹੈ ਜਿਹੜੇ ਥੋੜ੍ਹੀ ਬਹੁਤੀ ਸੇਵਾ ਕਰਦੇ। ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਨਾ ਲਾਈਫ ਵਿੱਚ ਤੁਸੀਂ ਆਪ ਕਦੀ ਕਿਸੇ ਦੀ ਸੇਵਾ ਕੀਤੀ ਹੈ ਤਾਂ ਕਹਿੰਦੇ ਹਾਂਜੀ ਅਸੀਂ ਵੀ ਕੀਤੀ ਹੈ। ਮੈਨੂੰ ਨਹੀਂ ਲੱਗਦਾ ਆਮ ਨੋਰਮਲ ਇਨਸਾਨ ਨੂੰ ਤਕਲੀਫ ਹੈਗੀ ਹੈ। ਸਿਰਫ ਤੇ ਸਿਰਫ ਅੱਜ ਕੱਲ੍ਹ ਲੋਕ ਬਿਆਨ ਦੇ ਸਾਰੇ ਨੂੰ ਕਹਿੰਦੇ ਕਿ ਸਮਾਜ ਸੇਵਕ ਮਾੜੇ ਹੈ ਜੀ। ਕਈ ਲੋਕ ਵੇਖਣ ਡਿਆ ਕਿ ਲੋਕ ਕਹਿੰਦੇ ਸਾਰੇ ਸਮਾਜ ਸੇਵਕ ਮਾੜੇ ਨੇ ਉਹਨਾਂ ਲੋਕਾਂ ਵਾਸਤੇ। ਬਟ ਇੱਕ ਵਾਰੀ ਤਾਂ ਯਾਰ ਅੱਜ ਦੇ ਹਿਸਾਬ ਨਾਲ ਜੇ ਮਾੜੇ ਆ ਤੇ ਇੱਥੇ ਲੋਕ ਕਿਉਂ ਆਉਣ? ਹਾਂਜੀ ਹਾਂਜੀ। ਡਾਕਟਰ ਦੇ ਕੰਮ ਇੱਕ ਪਹਿਲਾਂ ਮੈਂ ਵੀਜ਼ੀ ਹੁਣ ਦਾ ਰਿਵਿਊ ਲੈਣਾਗਾ। ਬੜਾ ਪਿਆਰਾ ਮੈਸੇਜ, ਬੜੀਆਂ ਪਿਆਰੀਆਂ ਗੱਲਾਂ, ਬੜੀ ਪਿਆਰੀ ਸੋਚ ਭੈਣ ਜੀ ਹੁਣਾਂ ਦੀ ਔਰ ਬੜੇ ਪਿਆਰੇ ਲਫ਼ਜ਼ਾਂ ਦੇ ਨਾਲ ਸਾਨੂੰ ਇਹਨਾਂ ਨੇ ਨਵਾਜਿਆ ਹੈ। ਗੁਰਬਾਣੀ ਦੇ ਬੜੀਆਂ ਪਿਆਰੀਆਂ ਪੰਕਤੀਆਂ ਦੇ ਨਾਲ ਸਨਮਾਨਿਤ ਕੀਤਾ ਹੈ। ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਏ ਔਰ ਬੜਾ ਪਿਆਰਾ ਗਿਫਟ ਦਿੱਤਾ ਹੈ। ਔਰ ਬਸ ਇਹੀ ਸਾਡੀ ਐਨਰਜੀ ਹੈ ਸਾਡਾ ਕੰਮ ਕਰਨ ਦਾ। ਮੈਂ ਅੱਜ ਸਵੇਰੇ ਦੇਖਣੇ ਫੇਸਬੁੱਕ ਦੇ ਉੱਤੇ ਕਿ ਇੱਕ ਦੋ ਇਹੋ ਜਿਹੇ ਲੋਕ ਸੀਗੇ ਜਿਹੜੇ ਬੋਲਣ ਰਹੇ ਸੀ
ਸਾਰੇ ਸਮਾਜ ਸੇਵਕ ਮਾੜੇ ਨੇ, ਕੋਈ ਵੀ ਸਮਾਜ ਸੇਵਕ ਚੰਗਾ ਨਹੀਂ ਹੈਗਾ ਜੀ। ਇਦਾਂ ਨੇ ਹੁਣ ਸਮਾਜ ਸੇਵਕਾਂ ਦੇ ਮਗਰ ਹੀ ਪੈ ਗਈ ਹੈ ਦੁਨੀਆ। ਔਰ ਮੈਂ ਉਹਨਾਂ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਯਾਰ ਤੁਸੀਂ ਆਪਣੀ ਜ਼ਿੰਦਗੀ 'ਚ ਕੀ ਕੀਤਾ, ਤੁਹਾਡੀ ਕੀ ਕਰਤੂਤ ਆ। ਮੈਂ ਇਹ ਪੁੱਛਾਂਗਾ ਕਿ ਤੁਸੀਂ ਇੱਕ ਵੀ ਬੰਦੇ ਦੀ ਜ਼ਿੰਦਗੀ ਬਚਾ ਦਈਏ ਨਾ ਤੇ ਬੰਦਾ ਸਮਝ ਲੈਂਦਾ ਕਿ ਮੈਂ ਮੇਰਾ ਜੀਵਨ ਸਫਲ ਹੋ ਗਿਆ। ਪਰ ਜਿਹੜੇ ਜਿਹੜੇ ਸੱਚੇ ਤਨੋਂ ਮਨੋਂ ਸਮਾਜ ਦੀ ਸੇਵਾ ਲੋਕ ਕਰ ਰਹੇ ਨੇ, ਉਹਨਾਂ ਦੇ ਹਜ਼ਾਰਾਂ ਲੋਕਾਂ ਦੇ ਜੀਵਨ ਬਚਾਏ ਨੇ। ਔਰ ਤੁਸੀਂ ਸਾਰੇ ਸਮਾਜ ਸੇਵਕਾਂ ਤੇ ਉਂਗਲੀ ਉਠਾਉਣ ਵਾਲੇ ਬੰਦਿਆਂ ਨੂੰ ਮੈਂ ਕਹਿੰਦਾ ਕਿ ਯਾਰ ਤੁਸੀਂ ਮਤਲਬ ਠੀਕ ਆ, ਜੇਕਰ ਅਗਰ ਅਸੀਂ 10 ਬੰਦੇ ਆ ਜਾਂ 100 ਬੰਦਾ ਵਾ ਤੇ 100 ਦੇ ਵਿੱਚੋਂ ਅਗਰ ਮਾੜੇ ਹੁੰਦੇ ਨੇ ਤੇ ਅੱਧੇ ਮਾੜੇ ਤੇ ਅੱਧੇ ਚੰਗੇ ਵੀ ਨੇ। ਅਸੀਂ ਇਹ ਗੱਲ ਮੰਨ ਲੈਂਦੇ ਸਾਰੇ ਮਾੜੇ ਵੀ ਨਹੀਂ ਹੁੰਦੇ ਤੇ ਸਾਰੇ ਚੰਗੇ ਵੀ ਨਹੀਂ ਹੁੰਦੇ। ਹਾਂਜੀ। ਔਰ ਜਿਹੜੇ ਸਮਾਜ ਸੇਵਕ ਨੇ, ਅਗਰ ਮੰਨ ਲਓ 10 ਸਮਾਜ ਸੇਵਕ ਮਾੜੇ ਨੇ ਤੇ 10 ਚੰਗੇ ਵੀ ਹੋਣਗੇ। ਮੈਂ ਤੇ ਉਹਨਾਂ ਨੂੰ ਨਹੀਂ ਮਾੜੇ ਕਹਿੰਦਾ, ਕਿਉਂਕਿ ਜਿਹੜੇ ਲੋਕਾਂ ਦੀ ਸੇਵਾ ਕਰਦੇ, ਮੈਂ ਤੇ ਯਾਰ ਕਿਸੇ ਨੂੰ ਮਾੜਾ ਨਹੀਂ ਕਹਿੰਦਾ। ਮੈਂ ਸਮਾਜ ਸੇਵਕ ਵੀਰਾਂ ਨੂੰ ਇੱਕ ਗੱਲ ਜ਼ਰੂਰ ਕਹਾਂਗਾ ਕਿ ਅਗਰ ਤੁਹਾਡੇ ਕੋਲ ਕੋਈ ਮਰੀਜ਼ ਆਉਂਦਾ ਤੇ ਬਕਾਇਦਾ ਤੁਸੀਂ ਸਾਡੇ ਕੋਲ ਲੈ ਕੇ ਆਇਆ ਕਰੋ। ਆਹ ਦੇਖੋ ਤੁਹਾਡਾ ਹਸਪੀਟਲ ਆ 22-23 ਕਰੋੜ ਦੀ ਲਾਗਤ ਨਾਲ ਬਣਾਇਆ, ਪੰਜਾਬ ਦਾ ਸਭ ਤੋਂ ਬੈਸਟ ਚੈਰੀਟੇਬਲ ਹਸਪੀਟਲ ਆ। ਤੁਸੀਂ ਸਾਡੇ ਕੋਲ ਲਿਆਓ ਔਰ ਆਪਾਂ ਰਲ ਮਿਲ ਕੇ ਲੋਕਾਂ ਦੀ ਸੇਵਾ ਕਰੀਏ। ਔਰ ਜਿਹੜੇ ਲੋਕ ਉਂਗਲੀ ਉਠਾਉਂਦੇ ਨੇ ਕਿ ਪੰਜਾਬ ਦੇ ਵਿੱਚ ਸਾਰੇ ਸਮਾਜ ਸੇਵਕ ਹੀ ਮਾੜੇ ਨੇ, ਇਹੋ ਜਿਹੇ ਕੁੱਤੇ ਬਿੱਲਿਆਂ ਦੀ ਪਰਵਾਹ ਨਾ ਕਰੋ। ਔਰ ਠੀਕ ਆ, ਜੇ ਕੋਈ ਤੁਹਾਨੂੰ ਮਾੜਾ ਲੱਗਦਾ ਤੇ ਤੁਸੀਂ ਉਹਦੇ ਨਾਲ ਗੱਲ ਕਰੋ। ਜੇ ਕੋਈ ਤੁਹਾਨੂੰ ਲੱਗਦਾ ਕਿ ਚੀਟਿੰਗ ਕਰਦਾ ਪਿਆ ਵਾ, ਪੈਸੇ ਖਾ ਰਿਹਾ ਵਾ, ਤੇ ਤੁਸੀਂ ਉਹਨਾਂ ਦੀ ਗੱਲ ਕਰੋ। ਪਰ ਤੁਸੀਂ ਸਾਰੇ ਦੇ ਸਾਰੇ ਸਮਾਜ ਸੇਵਕਾਂ ਵੀਰਾਂ ਦੇ ਉੱਤੇ ਜਿਹੜੇ ਲੋਕ ਉਂਗਲੀ ਉਠਾਉਣ ਵਾਲੇ ਨੇ, ਮੈਂ ਉਹਨਾਂ ਨੂੰ ਸਭ ਤੋਂ ਵੱਡੇ ਪਾਪੀ ਗਿਣਦਾ। ਕਿਉਂਕਿ ਇਹਦਾ ਮਤਲਬ ਇਹ ਆ ਵੀ ਉਹ ਲੋਕਾਂ ਦਾ ਭਲਾ ਹੋਣਾ ਵੇਖਣਾ ਚਾਹੁੰਦੇ ਹੀ ਨਹੀਂ। ਔਰ ਇੰਨੀਆਂ ਕਈ ਲੋਕ ਨੈਗੇਟਿਵ ਗੱਲਾਂ ਕਰਦੇ ਨੇ ਕਿ ਜਿਨ੍ਹਾਂ ਦੀ ਮੈਨੂੰ ਤਾਂ ਐਂ ਲੱਗਦਾ ਉਹਨਾਂ ਦੀਆਂ ਗੱਲਾਂ ਤੋਂ ਕਿ ਜਿੱਦਾਂ ਉਹਨਾਂ ਦੀ ਆਤਮਾ ਦੁਖਦੀ ਹੋਏ ਜਦੋਂ ਇੱਕ ਦੂਸਰੇ ਨੂੰ ਕੰਮ ਕਰਦਾ ਵੇਖਦੇ ਨੇ। ਕੋਈ ਕਿਸੇ ਗਰੀਬ ਦੀ, ਕਿਸੇ ਦੀਨ ਦੁਖੀ ਦੀ ਮਦਦ ਹੋ ਰਹੀ, ਕਿਸੇ ਦੀ ਜਾਨ ਬਚ ਰਹੀ ਆ, ਕਿਸੇ ਦਾ ਇਲਾਜ ਹੋ ਰਿਹਾ, ਔਰ ਇਹਨਾਂ ਦੀ ਆਤਮਾ ਦੁਖਦੀ ਆ, ਜਿਵੇਂ ਇਹਨਾਂ ਨੂੰ ਘੁੱਟਣ ਹੁੰਦੀ ਆ ਕਿ ਕਿਉਂ ਸੇਵਾ ਹੋ ਰਹੀ। ਕਈ ਲੋਕ ਇਦਾਂ ਦੇ ਨੇ ਸਮਾਜ 'ਚ। ਔਰ ਮੈਂ ਇਹੀ ਕਹਾਂਗਾ ਕਿ ਮਤਲਬ ਮੇਰੇ ਕਹਿਣ ਦਾ ਵੀਰ ਸਿੱਧਾ ਮਤਲਬ ਇਹ ਆ ਕਿ ਸਾਰੇ ਸਮਾਜ ਸੇਵਕ ਵੀਰਾਂ ਤੇ ਉਂਗਲੀ ਉਠਾਉਣੀ ਜਿਹੜੀ ਆ ਬਹੁਤ ਮਾੜੀ ਗੱਲ ਆ। ਇਹਦੇ ਨਾਲ ਤੁਸੀਂ ਉਹਨਾਂ ਦੇ ਹੌਸਲੇ ਖਤਮ ਕਰ ਰਹੇ ਹੋ। ਸ਼ਾਇਦ ਇੱਕ ਸਮਾਜ ਸੇਵਕ ਨਾਮ ਨੂੰ ਹੀ ਬਦਨਾਮ ਕਰ ਰਹੇ ਹੋ ਤੁਸੀਂ ਲੋਕ। ਜੇ ਹੁਣ ਮੰਨ ਲਓ 100 ਸਮਾਜ ਸੇਵਕ ਆ, ਜੇ ਉਹਦੇ 'ਚ 10 ਜਾਂ 15 ਜਾਂ 20 ਜਾਂ 25 ਬੰਦੇ ਗਲਤ ਵੜ ਗਏ ਨੇ ਤੇ ਆਪਾਂ ਸਾਰੇ ਸਮਾਜ ਸੇਵਕਾਂ ਨੂੰ ਤੇ ਨਹੀਂ ਮਾੜਾ ਕਹਿ ਸਕਦੇ। ਠੀਕ ਆ। ਔਰ ਸਮਾਜ ਸੇਵਕ ਵੀ ਜਿਹੜਾ ਇੱਕ ਸੇਵਾ ਹੀ ਆ, ਹੋਰ ਕੀ ਆ, ਇੱਕ ਨਾਮ ਹੈਗਾ ਵਾ, ਮਤਲਬ ਮੋਟਿਵ ਤੇ ਸੇਵਾ ਦਾ ਹੀ ਆ। ਔਰ ਸੋ ਇਸ ਕਰਕੇ ਮੈਂ ਇਹ ਗੱਲ ਕਹਾਂਗਾ ਕਿ ਇੱਕ ਹੋਰ ਗੱਲ ਅੱਜ ਕੱਲ੍ਹ ਬੜੀ ਉੱਠੀ ਆ ਕਿ ਸਾਨੂੰ ਹਿਸਾਬ ਚਾਹੀਦਾ, ਸਾਨੂੰ ਹਿਸਾਬ ਦਿੱਤਾ ਜਾਵੇ। ਔਰ ਮੈਂ ਇੱਕ ਗੱਲ ਵੀਰੇ ਮੈਂ ਬੜਾ ਕਈ ਵਾਰ ਹੈਰਾਨ ਹੁੰਦਾ ਹਾਂ ਕਿ ਯਾਰ ਜਿਹਨੇ ਹਿਸਾਬ ਮੰਗਣਾ ਵਾ, ਜਿਹਨੇ ਦਾਨ ਕੀਤਾ ਉਹ ਹਿਸਾਬ ਮੰਗੇ ਬੰਦਾ। ਮੰਨ ਲਓ ਜੇ ਕਿਸੇ ਬੰਦੇ ਨੇ, ਹੁਣ ਦੇਖ ਲਓ ਅਸੀਂ ਇਹ ਹਸਪੀਟਲ ਬਣਾਇਆ 22-23 ਕਰੋੜ ਦੀ ਲਾਗਤ ਨਾਲ ਇਹ ਹਸਪਤਾਲ ਬਣਿਆ ਹੈ, ਤੇ ਮੈਨੂੰ ਕੱਲ ਨੂੰ ਕੋਈ ਹਿਸਾਬ ਮੰਗਣ ਆਏਗਾ ਤੇ ਮੈਂ ਤਾਂ ਉਹਨਾਂ ਲੋਕਾਂ ਨੂੰ ਦੇਵਾਂਗਾ ਨਾ ਜਿਨ੍ਹਾਂ ਲੋਕਾਂ ਨੇ ਮੇਰਾ ਸਾਥ ਦਿੱਤਾ ਵਾ, ਜਿਹੜੇ ਮੇਰੇ ਡੋਨਰਸ ਨੇ, ਜਾਂ ਜਿਹੜੇ ਲੋਕ ਵਾਕਿਆ ਮੈਨੂੰ ਜਿਹੜੇ ਚੰਗੇ ਲੱਗਦੇ ਨੇ, ਜਿਵੇਂ ਮੈਨੂੰ ਲੱਗਦਾ ਕਿ ਲੋਕ ਦੀਨ ਦੁਖੀ ਬੇਸਹਾਰੇ ਜਾਂ ਗਰੀਬਾਂ ਦਾ ਭਲਾ ਚਾਹੁੰਦੇ ਨੇ। ਔਰ ਹਿਸਾਬ ਇਹਨੂੰ ਜਿਹੜਾ ਮਰਜ਼ੀ ਜਿਹਨੇ ਆਪਣੀ ਜ਼ਿੰਦਗੀ 'ਚ ਕੁਝ ਵੀ ਨਹੀਂ ਕੀਤਾ, ਨਾ ਉਹਨੇ ਕਦੇ ਮੇਰੇ ਖਿਆਲ ਨਾਲ ਕਿ ਕੁੱਤੇ ਨੂੰ ਪਾਣੀ ਨਹੀਂ ਪਿਆਲਿਆ ਹੋਣਾ, ਤੇ ਅੱਜ ਕੱਲ੍ਹ ਉਹ ਵੀ ਉੱਠ ਕੇ ਕਹਿੰਦਾ ਕਿ ਮੈਨੂੰ ਹਿਸਾਬ ਚਾਹੀਦਾ। ਇਹ ਚੀਜ਼ਾਂ ਗਲਤ ਨੇ। ਸਾਰੀਆਂ ਚੀਜ਼ਾਂ ਦਾ ਮੈਂ ਇਹ ਕਲੀਅਰ ਕਰਨੀ ਚਾਹੁੰਦਾ ਹਾਂ ਕਿ ਅਗਰ ਤੁਹਾਨੂੰ ਕੋਈ ਬੰਦਾ ਲੱਗਦਾ ਮਾੜਾ ਹੈ, ਕੋਈ ਲੱਗਦਾ ਕਿ ਬੰਦਾ ਚੀਟਿੰਗ ਕਰ ਰਿਹਾ ਹੈ, ਤੇ ਤੁਸੀਂ ਉਹਦੇ ਨਾਲ ਗੱਲ ਕਰੋ, ਉਹਦੇ ਤੇ ਸਵਾਲ ਉਠਾਓ, ਉਹਦੇ ਕੋਲ ਹਿਸਾਬ ਮੰਗੋ। ਬਾਕੀ ਵੀ ਸਾਰਿਆਂ ਕੋਲ ਗੱਲ ਕਲੀਅਰ ਕਰਨੀ ਚਾਹੀਦੀ ਆ। ਪਰ ਪ੍ਰੋਬਲਮ ਇੱਥੇ ਇਹ ਆ ਕਿ ਤੁਸੀਂ ਸਾਰੇ ਦੇ ਸਾਰੇ ਸਮਾਜ ਸੇਵਕ ਵੀਰਾਂ ਨੂੰ ਮਾੜਾ ਕਹੀ ਜਾ ਰਹੇ ਹੋ ਕਿ ਜੀ ਜਿੰਨੇ ਸਮਾਜ ਸੇਵਕ ਨੇ ਸਾਰੇ ਪੈਸਾ ਖਾ ਰਹੇ ਨੇ, ਜਿੰਨੇ ਸਮਾਜ ਸੇਵਕ ਨੇ ਸਾਰੇ ਆਪਣਾ ਘਰ ਭਰ ਰਹੇ ਨੇ। ਔਰ ਇਹ ਚੀਜ਼ਾਂ ਗਲਤ ਨੇ, ਕਿਉਂਕਿ ਅਸੀਂ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਖੱਪ ਜਾਂਦੇ ਆ, ਅਜੇ ਤੱਕ ਵੀ ਪੁੜਪੜੀਆਂ ਦਰਦ ਹੋਣ ਰਹੀਆਂ ਨੇ। ਸਵੇਰੇ 4 ਵਜੇ ਮਰੀਜ਼ ਆ ਗਿਆ ਸੀਗਾ, ਉਹਨੂੰ ਅਟੈਂਡ ਕੀਤਾ, 6 ਵਜੇ ਮਰੀਜ਼ ਆ ਗਿਆ, ਫਿਰ ਰਾਤ 2 ਵਜੇ ਮਰੀਜ਼ ਆ ਜਾਂਦੇ ਨੇ। ਔਰ ਜੋ ਕੁਝ ਆਪਣਾ ਹੈਗਾ ਸੀਗਾ, ਇਹ ਜਦੋਂ ਹਸਪੀਟਲ ਅਸੀਂ ਬਣਾਇਆ, ਔਰ ਇਸ ਹਸਪੀਟਲ ਨੂੰ ਬਣਾਉਣ ਤੋਂ ਪਹਿਲਾਂ ਆਪਣਾ ਜੋ ਕੁਝ ਹੈਗਾ ਸੀਗਾ ਪੂੰਜੀ ਸਾਰੀ ਪਹਿਲਾਂ
ਦਾਨ ਕੀਤੀ ਔਰ ਫਿਰ ਜਾ ਕੇ ਹਸਪੀਟਲ ਜਿਹੜਾ ਇਹ ਬਣਨਾ ਸ਼ੁਰੂ ਹੋਇਆ ਹੈ। ਇਹਦੀਆਂ ਪਹਿਲੀਆਂ 3 ਮੰਜ਼ਲਾਂ ਜਦੋਂ ਅਸੀਂ ਬਣਾਈਆਂ ਸੀ ਨਾ, ਤੇ ਅਸੀਂ ਇੱਕ ਵੀ ਵੀਡੀਓ ਨਹੀਂ ਪਾਈ ਕਿ ਅਸੀਂ ਹਸਪੀਟਲ ਬਣਾ ਰਹੇ ਹਾਂ। ਚੌਥੀ ਮੰਜ਼ਲ ਤੇ ਜਾ ਕੇ ਲੋੜ ਪਈ ਸੀ ਕਿ ਹੁਣ ਲੋਕਾਂ ਦਾ ਸਾਥ ਲਈਏ। ਸੋ ਯਾਰ ਸਾਰੇ ਸਮਾਜ ਸੇਵਕ ਵੀਰਾਂ ਤੇ ਉਂਗਲੀ ਉਠਾਉਣੀ, ਸਾਰਿਆਂ ਨੂੰ ਮਾੜਾ ਕਹਿਣਾ, ਮੈਂ ਇਹਨਾਂ ਜਿਹੜੇ ਬੁੱਧੀਜੀਵੀ ਬਣੇ ਨੇ ਅੱਜ ਕੱਲ੍ਹ ਜਿਹੜੇ ਕਹਿ ਰਹੇ ਨੇ ਜੀ ਐਂ ਮੈਨੂੰ ਹਿਸਾਬ ਚਾਹੀਦਾ, ਫਲਾਣਾ ਕਹਿੰਦਾ ਮੈਨੂੰ ਇਦਾਂ ਚਾਹੀਦਾ, ਇੱਕ ਉੱਠ ਕੇ ਕਹਿ ਦਿੰਦਾ ਜੀ ਐਂ ਹੋਣਾ ਚਾਹੀਦਾ, ਤੀਜਾ ਉੱਠ ਕੇ, ਯਾਰ ਮੈਂ ਇਹਨਾਂ ਲੋਕਾਂ ਨੂੰ ਕਹਿੰਦਾ ਤੁਸੀਂ ਕੀਤਾ ਕੀ ਆ? ਤੁਸੀਂ ਆਪਣੀ ਜ਼ਿੰਦਗੀ 'ਚ ਕੁਝ ਕਰਕੇ ਤੇ ਦਿਖਾ ਲਓ। ਫਿਰ ਇਹ ਕਹਿ ਦਿੰਦੇ ਨੇ ਜੀ ਅਸੀਂ ਤਾਂ ਮਤਲਬ ਬਹੁਤ ਕੁਝ ਕਰਦੇ ਆ ਪਰ ਅਸੀਂ ਵੀਡੀਓ ਨਹੀਂ ਬਣਾਉਂਦੇ। ਠੀਕ ਆ, ਅਸੀਂ ਵੀਡੀਓ ਨਹੀਂ ਬਣਾਉਂਦੇ, ਅਸੀਂ ਕਰਦੇ ਬਹੁਤ ਕੁਝ ਆ, ਪਰ ਯਾਰ ਫਿਰ ਕੀ, ਜੇ ਕੋਈ ਬੰਦਾ ਭਲਾ ਕਰਦਾ ਵਾ ਤੇ ਵੀਡੀਓ ਬਣਾ ਲੈਂਦਾ, ਉਹਦੇ 'ਚ ਮਾੜੀ ਗੱਲ ਕਿਹੜੀ ਆ? ਅਸੀਂ ਲੋਕਾਂ ਨੂੰ ਮੈਸੇਜ ਦੇ ਰਹੇ ਆ। ਪਰ ਇੱਕ ਗੱਲ ਨਾਲ ਮੈਂ ਜ਼ਰੂਰ ਸਹਿਮਤ ਹਾਂ ਕਿ ਅਗਰ ਕੋਈ ਬੰਦਾ ਕਿਸੇ ਮਰੀਜ਼ ਦਾ ਇਲਾਜ ਕਰਾਉਂਦਾ ਹੈ, ਅਗਰ ਵੀਡੀਓ ਬਣਾਉਂਦਾ ਹੈ ਔਰ ਅਗਰ ਉਹਨੂੰ ਪੈਸਾ ਆਉਂਦਾ ਹੈ, ਅਗਰ ਲੋੜ ਤੋਂ ਵੱਧ ਪੈਸਾ ਆਉਂਦਾ ਹੈ, ਤੇ ਉਸ ਪੈਸੇ ਦਾ ਹਿਸਾਬ ਲੋਕਾਂ ਅੱਗੇ ਰੱਖਣਾ ਚਾਹੀਦਾ ਹੈ। ਆਪਣੇ ਡੋਨਰ ਅੱਗੇ ਰੱਖੋ, ਜਿਨ੍ਹਾਂ ਨੇ ਮੰਨ ਲਓ ਹੁਣ ਮੈਂ ਵੀ 5-6 ਸਾਲਾਂ ਤੋਂ ਸੇਵਾ ਕਰ ਰਿਹਾ ਹਾਂ। 5-6 ਸਾਲ ਹੋ ਗਏ ਨੇ ਸਾਨੂੰ ਸੰਸਥਾ ਚਲਾਉਂਦੇ ਆ। ਮੇਰੇ ਖਿਆਲ ਨਾਲ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਅਸੀਂ ਸੰਸਥਾ ਸ਼ੁਰੂ ਕੀਤੀ ਔਰ ਉਦੋਂ ਅਗਰ ਅਸੀਂ ਇੱਕ ਮਰੀਜ਼ ਦੀ ਵੀਡੀਓ ਪਾਉਂਦੇ ਸੀਗੇ ਤੇ ਜੇ ਮੰਨ ਲਓ ਲੱਖ ਰੁਪਈਆ ਲੱਗਣਾ ਹੁੰਦਾ ਸੀ ਮਰੀਜ਼ ਤੇ ਸਾਨੂੰ 10 ਲੱਖ ਰੁਪਈਆ ਵੀ ਆ ਜਾਂਦੀ ਡੋਨੇਸ਼ਨ, ਪਰ ਅਸੀਂ 9 ਲੱਖ ਰੁਪਏ ਦਾ ਹਿਸਾਬ ਰੱਖਦੇ ਸੀ ਔਰ ਉਹ 9 ਲੱਖ ਰੁਪਈਆ ਜਿਹੜਾ ਹੁੰਦਾ ਸੀ ਬਾਕੀ ਮਰੀਜ਼ਾਂ ਦੇ ਉੱਤੇ ਖਰਚ ਕਰਕੇ ਨਾਲ ਕਲੀਅਰ ਕਰੀਦਾ। ਫਿਰ ਸਾਨੂੰ ਲੱਗਣ ਲੱਗਾ ਕਿ ਪੈਸੇ ਤਾਂ ਫਿਰ ਵਧਣੇ ਸ਼ੁਰੂ ਹੋ ਗਏ ਨੇ। ਫਿਰ ਇਹ ਸੋ ਇਸ ਕਰਕੇ ਚਲੋ ਖੈਰ ਗੱਲਾਂ ਲੰਬੀਆਂ ਹੋ ਜਾਂਦੀਆਂ ਨੇ ਤੇ ਮੈਂ ਥੋੜਾ ਜਿਹਾ ਜ਼ਿਆਦਾ ਕਈ ਵਾਰ ਸਮਾਂ ਲੱਗ ਜਾਂਦਾ ਹੈ। ਔਰ ਮੈਂ ਇੱਕ ਵੀਰ ਹੋਰ ਆਏ ਨੇ ਪਰ ਮੈਂ ਉਹਨਾਂ ਨੂੰ ਇਸ ਵੀਡੀਓ 'ਚ ਨਹੀਂ, ਮੈਂ ਅਗਲੀ ਇਸੇ ਵੀਡੀਓ 'ਚ ਲੈ ਲਈ ਦੁਬਾਰਾ ਲਾਈਵ ਨਾ ਹੋ। ਹਾਂਜੀ, ਕਿਉਂਕਿ ਇਹ ਵੀਡੀਓ ਲੰਬੀ ਚਲੀ ਗਈ ਹੈ। ਚਲੋ ਤੇ ਚਲੋ ਵੀਰ ਸਭ ਤੋਂ ਮੇਰਾ ਖਾਸ ਮੈਸੇਜ ਹੈ ਵੀ ਮੈਂ ਅੱਜ ਇੱਕ ਆਪਣੀ ਵੀਡੀਓ 'ਚ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਜਿਵੇਂ ਚਲੋ ਲੋਕ ਆਏ ਨੇ, ਲੋਕਾਂ ਨੇ ਬੜਾ ਪਿਆਰ ਸਤਿਕਾਰ ਦਿੱਤਾ ਹੈ, ਉਹ ਸਾਰੇ ਸਮਾਜ ਸੇਵਕਾਂ ਤੇ ਸਾਨੂੰ ਉਂਗਲੀ ਨਹੀਂ ਉਠਾਉਣੀ ਚਾਹੀਦੀ, ਸਾਰਿਆਂ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ। ਔਰ ਅਗਰ ਅਸੀਂ ਵੇਖੀਏ ਤੇ ਜਿਹੜੇ ਸਾਡੇ ਮੰਤਰੀ ਨੇ ਜਾਂ ਲੀਡਰ ਨੇ ਜਾਂ ਅਫਸਰਸ਼ਾਹੀ ਆ, ਅਗਰ ਸਾਰਿਆਂ ਨੂੰ ਮਾੜਾ ਕਹਿਣਾ ਤੇ ਇਹਨਾਂ ਲੋਕਾਂ ਨੂੰ ਮਾੜਾ ਕਹੋ। ਇਹਨਾਂ 'ਚੋਂ ਜੇ ਤੁਹਾਨੂੰ ਇੱਕ ਵੀ ਇਮਾਨਦਾਰ ਲੱਗਦਾ ਤੇ ਫਿਰ ਮੇਰੇ ਨਾਲ ਗੱਲ ਕਰੋ। ਪਰ ਦੇਖੋ ਜਿਹੜੇ ਸਮਾਜ ਦੀ ਸੇਵਾ ਕਰ ਰਹੇ ਲੋਕ ਨੇ, ਇਹ ਵਿਚਾਰੇ ਕਈਆਂ ਵਿਚਾਰੇ ਨੇ ਆਪਣਾ ਸਾਰਾ ਜੀਵਨ ਲਗਾ ਦਿੱਤਾ ਹੈ, ਕਈ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਤਨਦੇਹੀ ਨਾਲ ਸੇਵਾ ਕਰਦੇ ਨੇ, ਤੁਸੀਂ ਉਹਨਾਂ ਤੋਂ ਵੀ ਮਾੜੇ ਕਹੀ ਜਾਂਦੇ ਹੋ ਔਰ ਇਹ ਚੀਜ਼ ਬੜੀ ਗਲਤ ਹੈ। ਪਰ ਚਲੋ ਖੈਰ ਵੀਰ ਜੀ ਨਹੀਂ ਆਏ ਨੇ, ਸੰਦੀਪ ਵੀਰ ਜੀ ਆਏ ਨੇ, ਇਹ ਵੀ ਆਪਣੇ ਵੱਲੋਂ ਕੁਝ ਸਨਮਾਨ ਕਰਨ ਵਾਸਤੇ ਆਏ ਨੇ। ਔਰ ਚਲ ਐਵੇਂ ਲੋਕ ਸਾਡੇ ਨਾਲ ਕਿਵੇਂ ਜੁੜਦੇ ਨੇ ਤੁਸੀਂ ਦੇਖ ਸਕਦੇ ਹੋ। ਔਰ ਮੈਂ ਤੁਸੀਂ ਕਿਵੇਂ ਖੜੇ ਹੋ ਬੈਠੀ ਕਰ ਆਰਾਮ ਨਾਲ ਲੱਗੇ ਜਾਓ। ਸਾਰਿਆਂ ਨੂੰ ਮੇਰੇ ਭਾਜੀ ਹੋਣਾ ਨਾਲ ਕਾਫੀ ਪੁਰਾਣੇ ਨਹੀਂ ਤਾਂ ਤੇ ਕਾਫੀ ਟਾਈਮ ਤੋਂ ਭਾਜੀ ਨੇ ਸੇਵਾ ਕਰ ਰਹੇ ਨੇ। ਚਲੋ ਲੋਕ ਮਾੜਾ ਵੀ ਕਹਿੰਦੇ ਆ, ਕਈ ਚੰਗਾ ਵੀ ਕਹਿੰਦੇ ਆ, ਤੇ ਅਸੀਂ ਹੁੰਦੇ ਆ ਭਾਜੀ ਨਾਲ ਤੋਂ ਜਿੰਨਾ ਵੀ ਸਾਡੀ ਪਹੁੰਚ ਅਸੀਂ ਕਰਦੇ ਆ। ਮੈਂ ਸਾਰਿਆਂ ਨੂੰ ਕਹਿੰਦਾ ਕਿ ਚਲੋ ਆਪਣੀ ਜੋ ਵੀ ਮਿਹਨਤ ਦੀ ਕਮਾਈ ਹੁੰਦੀ ਆ, ਥੋੜ੍ਹਾ ਬਹੁਤਾ ਕੁਝ ਵੀ ਕਰਕੇ ਭਾਜੀ ਹੋਣਾ ਨੂੰ ਪਹੁੰਚਾਇਆ ਕਰੋ। ਕੋਈ ਪੇਸ਼ੈਂਟ ਹੁੰਦਾ ਵਾ ਤੇ ਭਾਜੀ ਹੋਣਾ ਤੋਂ ਲੈ ਕੇ ਆਓ, ਸਭ ਤੋਂ ਸਸਤਾ ਇਲਾਜ ਆ। ਅਸੀਂ ਵੀ ਚਲੋ ਅੱਜ ਇੱਕ ਪੇਸ਼ੈਂਟ ਹੀ ਲੈ ਕੇ ਆਏ ਆ ਤੇ ਬਸ ਇਹੀ ਮੇਰੀ ਬੇਨਤੀ ਆ ਸਾਰਿਆਂ ਨੂੰ ਕਿ ਨਾ ਕਿਸੇ ਨੂੰ ਚੰਗਾ ਨਹੀਂ ਬੋਲਣਾ ਤੇ ਕਿਸੇ ਨੂੰ ਮਾੜਾ ਨਾ ਬੋਲੋ। ਮਤਲਬ ਜਿੱਦਾਂ ਅੱਜ ਕੱਲ੍ਹ ਕੋਈ ਸਾਰਿਆਂ ਨੂੰ ਕਹੀ ਜਾਂਦੇ ਨੇ ਕਿ ਸਾਰੇ ਸਮਾਜ ਸੇਵਕ ਮਾੜੇ ਨੇ, ਇਹ ਚੀਜ਼ ਕਿਤੇ ਨਾ ਕਿਤੇ ਦੇਖੋ ਯਾਰ ਸਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਭਾਵੇਂ ਮਾੜਾ ਕਹੋ ਚੰਗਾ ਕਹੋ, ਪਰ ਕਈ ਨੌਜਵਾਨ ਵੀਰ ਇੱਦਾਂ ਦੇ ਨੇ ਕਿ ਜਿਨ੍ਹਾਂ ਦਾ ਹੌਸਲਾ ਟੁੱਟ ਜਾਂਦਾ ਹੈ। ਸ਼ਾਇਦ ਕਈ ਨੌਜਵਾਨ ਇੱਦਾਂ ਦੇ ਵੀਰ ਨੇ ਜਿਹੜੇ ਵਿਚਾਰੇ ਤਨਦੇਹੀ ਨਾਲ ਸੱਚੇ ਤਨੋਂ ਮਨੋਂ ਸੇਵਾ ਕਰ ਰਹੇ ਹੋਣ, ਤੇ ਜਦੋਂ ਤੁਸੀਂ ਕਹਿ ਦਿੰਦੇ ਜੇ ਸਾਰੇ ਮਾੜੇ ਆ, ਤੇ ਇੱਕ ਸਮਾਜ ਸੇਵਕ ਨਾਮ ਨੂੰ ਬਦਨਾਮ ਨਹੀਂ ਹੁਣ ਕਰਨਾ ਚਾਹੀਦਾ। ਮੈਂ ਤਾਂ ਇਹ ਕਹਿਣਾ ਚਾਹੁੰਦਾ। ਬਾਕੀ ਮੈਂ ਤੁਹਾਨੂੰ ਬਾਹਰੋਂ ਵੀਡੀਓ ਦਿਖਾ ਦਿੰਦਾ ਹਾਂ ਤੁਹਾਨੂੰ। ਇੱਦਾਂ ਚਲੋ ਹਾਂਜੀ ਮਾਸਕ ਲਗਾਓ। ਹਾਂਜੀ ਮਾਸਕ ਮੂੰਹ ਤੇ ਮਾਸਕ ਲਗਾ ਕੇ ਰੱਖਿਆ ਕਰੋ, ਠੀਕ ਹੈ ਸਰ। ਇਵੇਂ ਸਾਡੇ ਕੋਲ ਮੈਂ ਬਾਹਰੋਂ ਤੁਹਾਨੂੰ ਹਸਪੀਟਲ ਦਾ ਵਿਊ ਦਿਖਾਉਂਦਾ ਹਾਂ ਕੀ ਹਾਲ ਹੈ ਜੀ, ਠੀਕ ਹੈ। ਇੱਦਾਂ ਪੇਸ਼ੈਂਟ ਸਾਡੇ ਕੋਲ। ਹਾਂਜੀ ਤੁਸੀਂ ਕਿਵੇਂ ਠੀਕ ਹੋ? ਤੁਹਾਡਾ ਟੈਸਟ ਹੋ ਗਿਆ ਸੀ ਦੁਬਾਰਾ? ਤੁਹਾਨੂੰ ਕਿੱਥੇ ਲੈ ਕੇ ਗਏ ਸੀ ਉਦਣ? ਕਿੱਥੇ ਲੈ ਗਏ ਸੀ ਉਦਣ? ਇਹ ਮਰੀਜ਼ ਸੀਗੇ ਜਿਹੜੇ ਮਰੀਜ਼ਾਂ ਨੂੰ ਸਾਡਿਆਂ ਨੂੰ ਉਦੋਂ ਕੱਢ ਕੇ ਧੱਕੇ ਦੇ ਨਾਲ ਸਾਰਾ ਹਸਪੀਟਲ ਖਾਲੀ ਕਰਵਾਇਆ ਸੀ, ਉਹਨਾਂ 'ਚ ਇਹ ਵੀ ਮਰੀਜ਼ ਸੀਗੇ। ਸਾਨੂੰ ਜੀ ਉਦੋਂ ਲੱਗ ਗਈ ਸਰਕਾਰੀ
ਹਾਂ ਫਿਰ ਕਿੱਦਾਂ ਰਿਹਾ ਇਹਨਾਂ ਦਾ ਫਿਰ ਉੱਥੇ? ਠੀਕ ਹੈ, ਕੋਈ ਗੱਲ ਨਹੀਂ ਸਰ। ਅੱਛਾ ਅੱਛਾ ਰੋਟੀ ਪਾਣੀ ਮਿਲਦਾ ਰਿਹਾ। ਚਲ ਠੀਕ ਹੈ ਜੀ। ਇਹ ਸਾਡੀ ਐਮਰਜੈਂਸੀ ਹੈ ਇੱਧਰ। ਹਾਂਜੀ एमरजेंसी वार्ड है और आगे इदा सारा हस्पताल असी व्यू कर रहे हैं तो डॉक्टर OPD कर रहे हैं ये देख सकते हो और ये साड़ी लैब आ और इत्थे जिद्दां मतलब सारा मैं तुहानूं यही दसना चाहुंदा हां इधर ही करियो कि मतलब इदा ये हॉस्पिटल असी जिहड़ा रन कर रहे हैं रोज़ का साडे कोल कोई 800-900 के करीब मरीज आता है दूरों आते हैं कोई फाजिलका तो बठिंडे तो कोई हरियाणे तो कोई राजस्थान तो कई लोकल मरीज भी ने और चलो ये सेवा हो रही है सारे के साथ नाल पर फिर कहांगा कि यार चलो ये लोग आते हैं साडा चलो एप्रीशिएट भी करते हैं पर जिहड़े लोग अजकल ये गल कह रहे हैं कि सारे समाज सेवक माड़े ने सारे दी उंगली उठाई जा रही है सारे में कटहरे में खड़ा कर दिता गया है ये चीज़ बहुत घटिया है ਜਿਹੜੇ ਲੋਕ ਇਦਾਂ ਦਾ ਬਿਆਨ ਦੇ ਰਹੇ ਨੇ ਮੈਂ ਉਹਨਾਂ ਨੂੰ ਇਹ ਗੱਲ ਕਹਾਂਗਾ ਵੀ ਕਦੀ ਖੁਦ ਵੇਖੋ ਤੁਹਾਡੀ ਆਪਣੀ ਕੀ ਕਰਤੂਤ ਆ ਤੁਸੀਂ ਆਪਣੀ ਜ਼ਿੰਦਗੀ 'ਚ ਕੀ ਕੀਤਾ ਯਾਰ ਦੂਜਿਆਂ ਤੇ ਤੁਸੀਂ ਉਂਗਲੀ ਉਠਾਉਂਦੇ ਠੀਕ ਹੈ ਜਿਹੜਾ ਬੰਦਾ ਗਲਤ ਆ ਉਹਨੂੰ ਗਲਤ ਕਹੋ ਪਰ ਤੁਸੀਂ ਸਾਰਿਆਂ ਦੇ ਉੱਤੇ ਉਂਗਲੀ ਨਾ ਉਠਾਓ ਮੇਰੀ ਇਹ ਫਿਰ ਬਾਕੀਆਂ ਲੋਕਾਂ ਦਾ ਵੀ ਦਿਲ ਜਿਹੜਾ ਟੁੱਟਦਾ ਗੁਰਪਿਆਰਿਓ ਅੰਤ ਵਿੱਚ ਇੱਕੋ ਹੀ ਗੱਲ ਕਹਿਣਾ ਚਾਹਾਂਗੇ ਅੱਜ ਕੱਲ ਹਰ ਕਿਸੇ ਦੀ ਜ਼ੁਬਾਨ ਤੇ ਕੋਈ ਚੀਜ਼ ਆਂਦੀ ਹੈ ਕਿ ਸਮਾਜ ਸੇਵੀਆਂ ਉੱਤੇ ਸਾੜ ਸਤੀ ਚੱਲ ਰਹੀ ਹੈ ਬਘੇਲ ਸਿੰਘ ਕੁੱਤੇ ਖਾਣੀ ਸਪੈਸ਼ਲਿਸਟ ਆਏ ਦਿਨ ਕਿਸੇ ਨਾ ਕਿਸੇ ਨਵੇਂ ਸਮਾਜ ਸੇਵੀ ਦੇ ਖੁਲਾਸੇ ਸਾਹਮਣੇ ਕਰ ਰਹੇ ਨੇ ਜਿਨ੍ਹਾਂ ਨੇ ਪੈਸਾ ਤਾਂ ਬਹੁਤ ਇਕੱਠਾ ਕੀਤਾ ਪਰ ਕੰਮ ਦੇ ਨਾਮ ਦੇ ਉੱਤੇ ਇੱਕ ਇੱਟ ਨਹੀਂ ਲਾ ਕੇ ਦਿੱਤੀ ਕਿਸੇ ਗਰੀਬ ਨੂੰ ਪਰ ਹੁਣ ਵੇਖਣਾ ਇਹ ਹੋਇਆ ਕਿ ਜਿਹੜੇ ਸਮਾਜ ਸੇਵੀਆਂ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਉਹ ਆਪਣੀ ਸਫਾਈ ਤੇ ਸੱਚਾਈ ਕਿੱਦਾਂ ਪੇਸ਼ ਕਰਦੇ ਨੇ ਕਿਉਂਕਿ ਸਫਾਈ ਦੇਣਾ ਤੇ ਸੱਚਾਈ ਦੱਸਣਾ ਕੋਈ ਔਖਾ ਨਹੀਂ ਜੇਕਰ ਇਹ ਸਮਾਜ ਸੇਵੀ ਚਾਹਣ ਜੇਕਰ ਇਹ ਸੱਚੇ ਨੇ ਤਾਂ ਇੱਕ ਦਿਨ ਸੋਸ਼ਲ ਮੀਡੀਆ ਉੱਤੇ ਬੈਠ ਜਾਣ ਆਪਣਾ ਸਾਰਾ ਬਹੀ ਖਾਤਾ ਲੈ ਕੇ ਕਿ ਕਦੋਂ ਤੋਂ ਸਮਾਜ ਸੇਵਾ ਸ਼ੁਰੂ ਕੀਤੀ ਹੈ ਤੇ ਕਿੱਥੋਂ ਕਿਸ ਬੰਦੇ ਨੇ ਕਿੰਨਾ ਪੈਸਾ ਭੇਜਿਆ ਅਗਰ NRI ਵੀਰਾਂ ਦਾ ਨਾਮ ਨਹੀਂ ਵੀ ਲੈ ਸਕਦੇ ਤਾਂ ਕੰਟਰੀ ਦੇ ਵਿੱਚੋਂ ਤਾਂ ਦੱਸ ਸਕਦੇ ਨੇ ਕਿ ਇਸ ਕੰਟਰੀ ਦੇ ਵਿੱਚੋਂ ਇੰਨੇ ਬੰਦਿਆਂ ਨੇ ਸਾਨੂੰ ਪੈਸਾ ਭੇਜਿਆ ਹੈ ਇਸ ਸਿਟੀ ਦੇ ਵਿੱਚੋਂ ਭੇਜਿਆ ਹੈ ਤਾਂ ਕਿ ਉਸ ਵੀਰਾਂ ਨੂੰ ਅੰਦਾਜ਼ਾ ਹੋ ਜਾਵੇਗਾ ਕਿ ਸਾਡੀ ਗੱਲ ਹੋ ਰਹੀ ਹੈ ਤੇ ਸੋਸ਼ਲ ਮੀਡੀਆ ਉੱਤੇ ਸਾਰਾ ਹਿਸਾਬ ਕਿਤਾਬ ਨਸ਼ਰ ਕਰ ਦੇਣ ਤਾਂ ਜੋ ਇਹਨਾਂ ਨੂੰ ਕਦੇ ਕੋਈ ਇਨ ਫਿਊਚਰ ਸਵਾਲ ਪੁੱਛ ਹੀ ਨਾ ਸਕੇ ਪਰ ਇਹ ਵੀ ਤਾਂ ਹੀ ਕਰ ਸਕਦੇ ਨੇ ਜੇ ਨੀਅਤ ਸਾਫ਼ ਹੋਵੇ ਨਵਤੇਜ ਸਿੰਘ ਕੁਕੂਵੀਰ ਨੇ ਸਾਫ਼ ਕਰ ਦਿੱਤਾ ਸੀ ਕਿ ਜੋ ਵੀ ਪੈਸਾ ਵਿਦੇਸ਼ਾਂ ਤੋਂ ਇਹਨਾਂ ਕੋਲ ਆਇਆ ਇਹਨਾਂ ਨੇ ਆਪ ਸੋਚਿਆ ਕਿ ਮੈਨੂੰ ਲੋੜ ਤਾਂ 10,000 ਦੀ ਸੀ ਤੇ ਮੈਨੂੰ 10 ਲੱਖ ਆ ਗਿਆ ਹੈ ਤੇ ਮੈਂ ਇੰਨਾ ਪੈਸਾ ਕੀ ਕਰਨਾ ਹੈ ਤਾਂ ਉਹਨਾਂ ਨੇ ਲੋਕ ਸੇਵਾ ਵਾਸਤੇ ਨਵਤੇਜ ਹਿਊਮੈਨਿਟੀ ਕਲੱਬ ਦਾ ਨੀਂਹ ਪੱਥਰ ਰੱਖਿਆ ਜੋ ਅੱਜ ਇੱਕ ਵਿਸ਼ਾਲ ਹਸਪਤਾਲ ਬਣ ਕੇ ਤੁਹਾਡੇ ਸਾਹਮਣੇ ਖੜਾ ਹੈ ਜਿੱਥੇ ਆਏ ਦਿਨ ਬਹੁਤ ਸਾਰੇ ਗਰੀਬ ਗੁਰਬਿਆਂ ਦਾ ਇਲਾਜ ਕੀਤਾ ਜਾਂਦਾ ਹੈ ਤੇ ਅਸੀਂ ਰੱਬ ਅੱਗੇ ਅਰਦਾਸ ਕਰਾਂਗੇ ਕਿ ਨਵਤੇਜ ਸਿੰਘ ਕੁਕੂਵੀਰ ਨੂੰ ਪ੍ਰਮਾਤਮਾ ਚੰਗੀ ਸਿਹਤ ਬਖਸ਼ੇ ਤੇ ਨਵਤੇਜ ਹਿਊਮੈਨਿਟੀ ਕਲੱਬ ਵਰਗੇ ਹਸਪਤਾਲ ਪੂਰੇ ਪੰਜਾਬ ਪੂਰੇ ਭਾਰਤ ਵਿੱਚ ਥਾਂ ਤੇ ਹੋਣ ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।